ਜਿਹੜਾ ਕਿਸਾਨਾਂ ਦਾ ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਇਹ ਕਾਨੂੰਨ ਤਾਂ ਉਹ ਗੱਲ ਹੋ ਗਈ ਜਿਵੇਂ ਕਿਸੇ ਦੀ ਬਿਲਕੁਲ ਹੀ ਸੰਘੀ ਤੁਸੀਂ ਘੁੱਟ ਦਿਓ ਕਿ ਉਹਨੂੰ ਸਾਹ ਆਉਣਾ ਔਖਾ ਹੋ ਜਾਵੇ। ਇਸ ਮੋਰਚੇ ਨੇ ਸਿਖਾਇਆ। ਸੋ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਸੀ ਸੋਚਿਆ ਕਿ ਕਦੇ ਵਿਆਹ ਵਾਲੀ ਜਿਹੜੀ ਕਾਰ ਹੋਊਗੀ, ਡੋਲੀ ਵਾਲੀ ਕਾਰ ਹੋਊਗੀ ਔਰ ਮੁੰਡਾ ਵਿਆਹਣ ਜਾਊਗਾ, ਉਹਦੇ ਅੱਗੇ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲੱਗਿਆ ਹੋਊ। ਜਿਹੜੇ ਗੋਲੀਆਂ ਬੰਦੂਕਾਂ ਦੀਆਂ ਗੱਲਾਂ ਕਰਨ ਵਾਲੇ ਸਾਡੇ ਮੁੰਡੇ ਔਰ ਗਾਣਿਆਂ ਦੇ ਵਿੱਚ 90% ਗੱਲਾਂ ਉਹ ਹੋਣੀਆਂ। ਸੋ ਉਹਨਾਂ ਗੱਡੀਆਂ ਦੇ ਵਿੱਚ ਗੀਤ ਕਿਸਾਨਾਂ ਦਾ ਵੱਜੇ, ਕਿਸਾਨੀ ਸੰਘਰਸ਼ ਦੇ ਗਾਣੇ ਚੱਲਣ। ਇਹ ਲੋਕ ਲਹਿਰ ਇਹਨੂੰ ਕਵਾਂਗੇ ਆਪਾਂ। ਲੋਕਾਂ ਦੇ ਮਨ ਜਿਹਨੇ ਚੇਂਜ ਕਰਤੇ। ਇਹ ਗੱਲਾਂ ਜਿਹੜਾ ਸਰਕਾਰ ਦਾ ਫਰਜ਼ ਬਣਦਾ ਹੁੰਦਾ ਤੇ ਉਹ ਇਕੱਲੇ ਲੋਕਾਂ ਨੂੰ ਕੁੱਟ ਕੇ ਘਰਾਂ 'ਚ ਬੰਦ ਕਰਨ ਨਾਲ ਨਹੀਂ ਪੂਰੇ ਹੁੰਦੇ। ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਇਹ ਵੀ ਸਰਕਾਰ ਦਾ ਫਰਜ਼ ਹੈ ਕਿ ਜੇ ਤੁਸੀਂ ਕਹਿੰਦੇ ਹੋ ਘਰਾਂ ਦੇ ਵਿੱਚ ਰਹੋ ਤੇ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਸੜਕਾਂ ਦੇ ਉੱਤੇ ਬੱਚਿਆਂ ਨੂੰ ਜਨਮ ਦੇਣ, ਸੋ ਇਹ ਤੋਂ ਸ਼ਰਮ ਵਾਲੀ ਗੱਲ ਸਰਕਾਰ ਲਈ ਕੀ ਹੋ ਸਕਦੀ ਹੈ। ਉਹਨਾਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਓਏ ਤੇਰੀ ਚੰਦਨ ਵਰਗੀ ਧਰਤ ਨੂੰ ਬਹਿ ਕੇ ਮਾਰ ਲਪੇਟਾ ਨਾਗ, ਤੇਰੇ ਖੇਤ ਨੂੰ ਬਗਲੇ ਪੈ ਗਏ, ਓਏ ਤੇਰੇ ਘਰ ਨੂੰ ਪੈ ਗਏ ਕਾਗ। ਜੋ ਬੱਚਿਆਂ ਦੇ ਲਈ ਦੇਖਦਾ ਓਏ ਤੇਰੇ ਉਜੜ ਨਾ ਜਾਣ ਖੁਆਬ। ਚੱਲ ਉੱਠ ਜ਼ਮੀਰਾਂ ਵਾਲਿਆ, ਓ ਚੱਲ ਉੱਠ ਜ਼ਮੀਰਾਂ ਵਾਲਿਆ, ਬਣ ਬਾਜਾਂ ਵਾਲੇ ਦਾ ਬਾਜ। ਕਿਸੇ ਹੋਰ ਮੁਲਕ 'ਚ ਕੋਈ 10-20 ਮੌਤਾਂ ਹੋਣ ਉਦੋਂ ਸਰਕਾਰ ਦੀ ਨੀਂਦ ਖੁੱਲਦੀ ਆ, ਉਹਨਾਂ ਲਈ ਅਫਸੋਸ ਵੀ ਜਤਾਇਆ ਜਾਂਦਾ। ਪਰ ਜਿਹੜੇ ਆਪਣੇ ਲੋਕ ਆ ਜਿਨ੍ਹਾਂ ਨੇ ਚੁਣਿਆ, ਜਿਨ੍ਹਾਂ ਨੇ ਇਹ ਤਖਤ ਤੇ ਬਿਠਾਇਆ, ਉਹਨਾਂ ਦੀਆਂ ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਇੱਕ ਵੀ ਕੋਈ ਸਿੰਪਥੀ ਦਾ, ਕੋਈ ਉਹਨਾਂ ਦੇ ਲਈ ਅਫਸੋਸ ਦਾ ਕੋਈ ਸ਼ਬਦ ਇਹਨਾਂ ਦੇ ਮੂੰਹੋਂ ਨਾ ਨਿਕਲਣਾ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਆ। ਕਿਹਾ ਗਿਆ ਜਿਹੜੀਆਂ ਆਜ਼ਾਦੀ ਦੀਆਂ ਗੱਲਾਂ ਉਹ ਸ਼ਹੀਦ ਸਾਡੇ ਕਰਦੇ ਚਲੇ ਗਏ ਕਿ ਸਮਾਜਿਕ ਬਰਾਬਰੀ ਹੋਵੇ ਔਰ ਇਹ ਜੋ ਗਰੀਬੀ ਅਮੀਰੀ ਦਾ ਜੋ ਪਾੜਾ, ਊਚ ਨੀਚ ਦਾ ਪਾੜਾ, ਇਹ ਖਤਮ ਹੋਵੇ, ਸੰਪੂਰਨ ਆਜ਼ਾਦੀ ਹੋਵੇ। ਸੋ ਜੋ ਗੋਰੇ ਕਰਦੇ ਸੀ ਉਸੇ ਰਾਹ ਤੇ ਹੀ ਇਹ ਸਰਕਾਰਾਂ ਤੁਰ ਪਈਆਂ ਕਿ ਕੁਝ ਪੂੰਜੀਪਤੀਆਂ ਦੇ ਹੱਥ ਇਹ ਸਰਕਾਰ ਜਿਹੜੀ ਸਾਡੇ ਦੇਸ਼ ਦੀ ਬਾਗਡੋਰ ਇਹਨਾਂ ਨੇ ਸੰਭਾਲਣ ਦੀ ਮਨਸ਼ਾ ਦੇ ਨਾਲ ਇਹ ਕਾਨੂੰਨ ਆ ਜਿਹੜੇ ਉਹ ਲੈ ਕੇ ਆਂਦੇ। ਔਰ ਇਹ ਗੁੱਸਾ ਜਿਹੜਾ ਕਿਸਾਨਾਂ ਦਾ, ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਇਹ ਕਾਨੂੰਨ ਤਾਂ ਉਹ ਗੱਲ ਹੋ ਗਈ ਜਿਵੇਂ ਕਿਸੇ ਦੀ ਬਿਲਕੁਲ ਹੀ ਸੰਘੀ ਤੁਸੀਂ ਘੁੱਟ ਦਿਓ ਕਿ ਉਹਨੂੰ ਸਾਹ ਆਉਣਾ ਔਖਾ ਹੋ ਜਾਵੇ। ਸੋ ਫਿਰ ਇਹ ਗੁੱਸਾ ਫੁੱਟਿਆ। ਨਹੀਂ ਤਾਂ ਜੇ ਪਿਛਲੇ ਸਾਲਾਂ 'ਚ ਵੀ ਅਸੀਂ ਨਿਗਾਹ ਮਾਰਦੇ ਹਾਂ ਤਾਂ ਕੋਈ ਬਾਹਲੀਆਂ ਵਧੀਆ ਨੀਤੀਆਂ ਕਿਸਾਨਾਂ ਦੇ ਲਈ, ਕਿਰਤੀਆਂ ਦੇ ਲਈ, ਆਮ ਜਿਹੜੇ ਲੋਕ ਪਿੰਡਾਂ 'ਚ ਵੱਸਦੇ ਆ ਜਾਂ ਜਿਹੜੇ ਠੀਕ ਠਾਕ ਰਹਿਣ ਵਾਲੇ ਆ, ਮਿਡਲ ਕਲਾਸ ਆ ਜਾਂ ਲੋਅਰ ਕਲਾਸ ਆ, ਉਹਨਾਂ ਦੇ ਲਈ ਕੋਈ ਬਾਹਲੀਆਂ ਵਧੀਆ ਪਾਲਿਸੀਆਂ ਇਹਨਾਂ ਸਰਕਾਰਾਂ ਦੀਆਂ ਨਹੀਂ ਰਹੀਆਂ। ਸੋ ਗੁੱਸਾ ਵੱਧਦਾ ਅੱਜ ਇੱਥੇ ਜਿਹੜੇ ਹੁਣ ਇਹਨਾਂ ਨੇ ਇਹ ਕਾਨੂੰਨ ਲਿਆ ਕੇ ਸਿੱਟ ਤੇ ਬਿਲਕੁਲ ਹੀ ਕਿਸਾਨਾਂ ਦੀ ਮੌਤ ਦੇ ਵਾਰੰਟ ਇਹਨਾਂ ਨੇ ਲਿਖਤੇ। ਸੋ ਉਹਦੇ ਚੋਂ ਇਹ ਮੋਰਚਾ ਨਿਕਲਿਆ ਔਰ ਬਹੁਤ ਸਾਰੀਆਂ ਪ੍ਰਾਪਤੀਆਂ ਤੁਹਾਡੀਆਂ ਕਈ ਵਾਰੀ ਦੇਖਣ ਨੂੰ ਇਹ ਲੱਗਦਾ ਕਿ ਹਾਲੇ ਤੱਕ ਕਾਨੂੰਨਾਂ ਦੇ ਬਾਰੇ ਕਿਸਾਨ ਦਾ ਜਾਂ ਸਰਕਾਰ ਦਾ ਜਿਹੜਾ ਸਟੈਂਡ ਹੈ ਉਹ ਉਵੇਂ ਹੀ ਹੈ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਪਰ ਮੋਰਚੇ ਨੇ ਬਹੁਤ ਕੁਝ ਇਸ ਸਮਾਜ ਨੂੰ ਦਿੱਤਾ ਤੇ ਆਉਣ ਵਾਲੇ ਟਾਈਮ 'ਚ ਦੇਣਾ। ਸੋ ਮੈਂ ਗੱਲ ਕਰਦਾ ਹੁੰਨਾ ਕਿ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਸੰਗੀਤ ਇਸ ਤਰ੍ਹਾਂ ਚੇਂਜ ਹੋ ਜੂ ਔਰ ਸਾਡੇ ਮੁੰਡਿਆਂ ਦੀ ਸੋਚ ਇਸ ਤਰ੍ਹਾਂ ਚੇਂਜ ਹੋ ਜੂ। ਸੰਘਰਸ਼ ਲੜਨਾ ਇਸ ਮੋਰਚੇ ਨੇ ਸਿਖਾਇਆ। ਸੋ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਸੀ ਸੋਚਿਆ ਕਿ ਕਦੇ ਵਿਆਹ ਵਾਲੀ ਜਿਹੜੀ ਕਾਰ ਹੋਊਗੀ, ਡੋਲੀ ਵਾਲੀ ਕਾਰ ਹੋਊਗੀ ਔਰ ਮੁੰਡਾ ਵਿਆਹਣ ਜਾਊਗਾ, ਉਹਦੇ ਅੱਗੇ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲੱਗਿਆ ਹੋਊ। ਜਾਂ ਲੋਕ ਆਪਣੇ ਸ਼ਗਨ ਮਨਾਉਣਗੇ ਕਿਉਂਕਿ ਉਹ ਵੀ ਚਲੋ ਸਾਡਾ ਇੱਕ ਸਮਾਜਿਕ ਰਿਸ਼ਤੇ ਨੇ, ਉਹ ਵੀ ਅਸੀਂ ਪੂਰੇ ਕਰਨੇ ਆ ਨਾਲ ਤੇ ਲੋਕ ਵਿਆਹ ਕਰਨਗੇ ਪਰ ਡੀਜਿਆਂ ਦੇ ਉੱਤੇ ਨੱਚਣਗੇ ਕਿਸਾਨੀ ਵਾਲੇ ਗੀਤਾਂ ਤੇ ਉਹ ਮੈਸੇਜ ਉਹ ਕੀ ਜਾ ਰਿਹਾ ਕਿ ਅਸੀਂ ਆਪਣੇ ਸ਼ਗਨ ਮਨਾ ਰਹੇ ਹਾਂ ਪਰ ਸਾਡਾ ਦਰਦ ਕਿਸਾਨਾਂ ਦੇ ਨਾਲ ਜਿਹੜੇ ਦਿੱਲੀ ਬੈਠੇ।
ਸੋ ਉਹ ਦਰਦ ਹਰੇਕ ਦੇ ਸੀਨੇ 'ਚ ਆ। ਔਰ ਸੰਗੀਤ ਗੱਡੀਆਂ ਦੇ ਵਿੱਚ ਕਿਸਾਨਾਂ ਦਾ ਵੱਜ ਰਿਹਾ, ਇਹ ਸੰਗੀਤ ਐਡੀ ਛੇਤੀ ਚੇਂਜ ਨਹੀਂ ਹੁੰਦਾ ਜਿਹੜੇ ਗੋਲੀਆਂ ਬੰਦੂਕਾਂ ਦੀਆਂ ਗੱਲਾਂ ਕਰਨ ਵਾਲੇ ਸਾਡੇ ਮੁੰਡੇ ਔਰ ਗਾਣਿਆਂ ਦੇ ਵਿੱਚ 90% ਗੱਲਾਂ ਉਹ ਹੋਣੀਆਂ। ਸੋ ਉਹਨਾਂ ਗੱਡੀਆਂ ਦੇ ਵਿੱਚ ਗੀਤ ਕਿਸਾਨਾਂ ਦਾ ਵੱਜੇ, ਕਿਸਾਨੀ ਸੰਘਰਸ਼ ਦੇ ਗਾਣੇ ਚੱਲਣ। ਇਹ ਲੋਕ ਲਹਿਰ ਇਹਨੂੰ ਕਵਾਂਗੇ ਆਪਾਂ। ਲੋਕਾਂ ਦੇ ਮਨ ਜਿਹਨੇ ਚੇਂਜ ਕਰਤੇ। ਔਰ ਸਾਡੇ ਮੁੰਡੇ ਬੈਨਰ ਫੜ ਕੇ, ਤਖਤੀਆਂ ਫੜ ਕੇ ਜਿਹੜੇ ਸ਼ਹਿਰਾਂ ਦੇ ਵਿੱਚ ਖੜੇ ਆ, ਚੌਂਕਾਂ ਦੇ ਉੱਤੇ ਕਿਸਾਨਾਂ ਦੀ ਸਪੋਰਟ ਕਰੋ, ਨੋ ਫਾਰਮਰ ਨੋ ਫੂਡ। ਔਰ ਜੇ ਤੁਸੀਂ ਕਿਸਾਨਾਂ ਦੇ ਹੱਕ ਚੋਂ ਤਾਂ ਹਾਰਨ ਵਜਾਓ। ਸੋ ਉਹ ਕੋਈ ਤਨਖਾਹ ਲੈ ਕੇ ਨਹੀਂ ਖੜੇ। ਸੋ ਉਹਨਾਂ ਦੇ ਦਿਮਾਗ ਚੇਂਜ ਹੋਏ ਆ। ਉਹਨਾਂ ਨੂੰ ਪਤਾ ਸਾਡੇ ਬਾਪੂ ਸਰਹੱਦਾਂ ਤੇ ਐਦਾਂ ਬੈਠੇ ਆ ਔਰ ਸਾਡੀਆਂ ਮਾਵਾਂ ਬੈਠੀਆਂ ਟਰਾਲੀਆਂ ਦੇ ਵਿੱਚ ਔਰ ਸਾਡੇ ਨੌਜਵਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ। ਸੋ ਇਹ ਨੌਜਵਾਨੀ ਦੀ ਸੋਚ ਨੂੰ ਬਦਲਣਾ, ਇਹਨੂੰ ਸਹੀ ਲੀਹ ਤੇ ਤੋਰਨਾ, ਇਹ ਕੋਈ ਛੋਟੀਆਂ ਗੱਲਾਂ ਨਹੀਂ, ਇਹ ਇਸ ਮੋਰਚੇ ਦੀਆਂ ਪ੍ਰਾਪਤੀਆਂ ਨੇ। ਔਰ ਆਉਣ ਵਾਲੇ ਟਾਈਮ 'ਚ ਹੋਰ ਬਹੁਤ ਕੁਝ ਇੱਥੋਂ ਨਿਕਲਣਾ, ਕਿਉਂਕਿ ਜਦੋਂ ਜਾਗਰੂਕਤਾ ਪੈਦਾ ਹੋ ਜਾਂਦੀ ਆ। ਔਰ ਇਹ ਲੋਕ ਲਹਿਰਾਂ ਨੇ ਕਈ ਵਾਰੀ ਮੀਡੀਆ ਵਾਲੇ ਗੱਲ ਕਰਨ ਲੱਗ ਜਾਂਦੇ ਆ ਕਿ ਜੀ ਤੁਹਾਨੂੰ ਕੀ ਲੱਗਦਾ ਹੁਣ ਮੋਰਚੇ 'ਚ ਇਕੱਠ ਪਹਿਲਾਂ ਨਾਲੋਂ ਘੱਟ ਲੱਗਦਾ ਤੇ ਤੁਸੀਂ ਕੀ ਸੋਚਦੇ ਹੋ। ਸੋ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਇਹ ਭੁਲੇਖੇ ਕਿਸੇ ਬੰਦੇ ਨੂੰ ਨਹੀਂ ਪਾਲਣੇ ਚਾਹੀਦੇ, ਨਾ ਸਰਕਾਰਾਂ ਨੂੰ ਪਾਲਣੇ ਚਾਹੀਦੇ ਆ ਕਿ ਧਰਨਾ ਆਹੀ ਆ ਜਿਹੜਾ ਬਾਰਡਰਾਂ ਤੇ ਬੈਠਾ। ਧਰਨਾ ਤਾਂ ਘਰ ਘਰ 'ਚ, ਕਿਉਂਕਿ ਜੇ ਚੁੱਲ੍ਹੇ ਦੇ ਉੱਤੇ ਧਰਨੇ ਦੀ ਗੱਲ ਹੋ ਰਹੀ ਆ, ਜੇ ਗੱਡੀਆਂ 'ਚ ਸੰਗੀਤ ਕਿਸਾਨੀ ਦਾ ਚੱਲਦਾ ਔਰ ਬੰਦੇ ਚਾਹੇ ਇੰਡੀਆ 'ਚ ਬੈਠੇ ਆ ਜਾਂ ਬਾਹਰ ਵੀ ਬੈਠੇ ਆ, ਤੁਹਾਡੇ ਧੀਆਂ ਪੁੱਤ, ਜੇ ਉਹਨਾਂ ਦੇ ਕੰਨ ਹਮੇਸ਼ਾ ਧਰਨੇ ਦੇ ਆਲਾ, ਤਾਂ ਮੇਰੇ ਹਿਸਾਬ ਨਾਲ ਉਹ ਧਰਨੇ 'ਚ ਸ਼ਾਮਲ ਹੀ। ਔਰ ਇੱਥੋਂ ਜਿੱਦਣ ਵੀ ਕੋਈ ਪ੍ਰੋਗਰਾਮ ਚੱਲਿਆ ਗਿਆ, ਜਿੱਦਣ ਕੋਈ ਹਾਕ ਪੈ ਗਈ, ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਲੋਕ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ 'ਚ ਇੱਥੇ ਆ ਜਾਣਗੇ, ਕਿਉਂਕਿ ਉਹਨਾਂ ਦੀ ਸੋਚ ਹਮੇਸ਼ਾ ਧਰਨੇ ਦੇ ਨਾਲ ਜੁੜੀ ਹੋਈ ਆ। ਸੋ ਇਹ ਕਦੇ ਕਿਸੇ ਨੂੰ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਿ ਜੇ ਇੱਥੇ ਥੋੜਾ ਜਿਹਾ ਇਕੱਠ ਚਾਹੇ ਘਟਿਆ ਜਾਂ ਕਿ ਲੋਕ ਘੱਟ ਦਿਖ ਰਿਹਾ ਤਾਂ ਪਤਾ ਨਹੀਂ ਸ਼ਾਇਦ ਮੋਰਚੇ ਦਾ ਰੰਗ ਉਹਦੇ ਨਾਲ ਫਿੱਕਾ ਪੈ ਗਿਆ। ਰੰਗ ਕਦੇ ਫਿੱਕਾ ਨਹੀਂ ਪੈਣਾ। ਜੇ ਇੰਨੀ ਕੰਮ ਵਾਲੀ ਰੁੱਤ ਦੇ ਵਿੱਚ, ਕਿਉਂਕਿ ਕਿਸਾਨ ਇਹਨਾਂ ਦਿਨਾਂ ਤੋਂ ਵੱਧ ਬਿਜ਼ੀ ਕਦੇ ਨਹੀਂ ਹੁੰਦਾ, ਮਜ਼ਦੂਰ ਕਦੇ ਬਿਜ਼ੀ ਨਹੀਂ ਹੁੰਦੇ, ਉਹਦੇ ਬਾਵਜੂਦ ਇੰਨਾ ਇਕੱਠ ਇਹਨਾਂ ਮੋਰਚਿਆਂ ਦੇ ਉੱਤੇ ਹੈ ਕਿ ਜਦੋਂ ਇਹ ਸਾਡਾ ਕੰਮ ਮੁੱਕ ਗਿਆ ਉਦੋਂ ਬਾਅਦ 'ਚ ਇਕੱਠ ਦਿਨੋਂ ਦਿਨ ਵਧਣਾ ਹੀ ਆ। ਔਰ ਅੱਜ ਕੱਲ੍ਹ ਇਹਨਾਂ ਨੇ ਕਰੋਨਾ ਦਾ ਵੀ, ਜਿਵੇਂ ਪਹਿਲਾਂ ਵੀ ਗੱਲ ਹੋ ਕੇ ਹਟੀ ਆ, ਸੋ ਮੈਂ ਕਹਿਣਾ ਉਹਨਾਂ ਨੇ ਸਰਕਾਰ ਦਾ ਸਿਖਾਇਆ ਹੋਇਆ ਕਰੋਨਾ। ਸੋ ਦੁਬਾਰਾ ਫੇਰ, ਕਿਉਂਕਿ ਇਹਨਾਂ ਦੀ ਗੱਲ ਬਹੁਤ ਸੁਣਦਾ ਉਹ, ਤੇ ਜਿੱਥੇ ਜਿੱਥੇ ਇਹਨਾਂ ਨੂੰ ਲੋੜ ਆ ਉੱਥੇ ਹੀ ਜਾਂਦਾ, ਜਿੱਥੇ ਨਹੀਂ ਲੋੜ, ਜਿੱਥੇ ਰੈਲੀਆਂ ਕਰਨੀਆਂ ਵੱਡੀਆਂ ਵੱਡੀਆਂ ਜਿਨ੍ਹਾਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਨੇ, ਉੱਥੇ ਕੋਈ ਕਰੋਨਾ ਨਹੀਂ ਪਹੁੰਚਦਾ। ਔਰ ਕਰੋਨਾ ਸਕੂਲਾਂ 'ਚ ਚਲਿਆ ਜਾਂਦਾ, ਠੇਕਿਆਂ ਤੇ ਕਰੋਨਾ ਡਰਦਾ ਹੈ ਨਾ, ਪਤਾ ਨਹੀਂ ਵੈਸ਼ਨੂੰ ਆ ਉਹ, ਸੋ ਉੱਥੇ ਨਹੀਂ ਪਹੁੰਚਦਾ ਹੈ। ਸੋ ਜਿੱਥੇ ਇਹਨਾਂ ਨੂੰ ਲੋੜ ਆ, ਔਰ ਲੋਕ ਸਾਡੇ ਜਿਹੜੇ ਵਿਚਾਰੇ, ਜਿੰਨੀ ਤੁਸੀਂ ਰਿਸਰਚ ਕਰਕੇ ਦੇਖਿਓ, ਜਿਹੜੇ ਹਸਪਤਾਲਾਂ ਦੇ ਵਿੱਚ ਜਾ ਰਹੇ ਆ ਉੱਥੇ ਮੌਤਾਂ ਹੋ ਰਹੀਆਂ। ਜਿਹੜੇ ਬੰਦੇ ਘਰਾਂ ਦੇ ਵਿੱਚ ਆਪਣਾ ਇਲਾਜ ਕਰ ਰਹੇ ਆ, ਘਰਾਂ ਦੇ ਵਿੱਚੋਂ ਇੰਨੀਆਂ ਲਾਸ਼ਾਂ ਨਹੀਂ ਉੱਠ ਰਹੀਆਂ। ਸੋ ਇਹਦਾ ਮਤਲਬ ਕੀ ਆ ਕਿ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਸਾਂਭ ਨਹੀਂ ਪਾ ਰਹੇ, ਤੁਹਾਡੇ ਕੋਲੇ ਆਕਸੀਜਨ ਨਹੀਂ ਹੈ, ਹਊਆ ਬਣਾਤਾ ਹਰੇਕ ਚੀਜ਼ ਨੂੰ, ਲੋਕਾਂ ਨੂੰ ਕੁੱਟ ਕੇ ਡਰਾ ਕੇ ਘਰਾਂ ਦੇ ਵਿੱਚ ਬੰਦ ਕਰਨਾ। ਪਰ ਇਹ ਗੱਲਾਂ ਜਿਹੜਾ ਸਰਕਾਰ ਦਾ ਫਰਜ਼ ਬਣਦਾ ਹੁੰਦਾ, ਤੇ ਉਹ ਇਕੱਲੇ ਲੋਕਾਂ ਨੂੰ ਕੁੱਟ ਕੇ ਘਰਾਂ 'ਚ ਬੰਦ ਕਰਨ ਨਾਲ ਨਹੀਂ ਪੂਰੇ ਹੁੰਦੇ। ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਇਹ ਵੀ ਸਰਕਾਰ ਦਾ ਫਰਜ਼ ਹੈ ਕਿ ਜੇ ਤੁਸੀਂ ਕਹਿੰਦੇ ਹੋ ਘਰਾਂ ਦੇ ਵਿੱਚ ਰਹੋ ਤੇ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਸੜਕਾਂ ਦੇ ਉੱਤੇ ਬੱਚਿਆਂ ਨੂੰ ਜਨਮ ਦੇਣ, ਸੋ ਇਹ ਤੋਂ ਸ਼ਰਮ ਵਾਲੀ ਗੱਲ ਸਰਕਾਰ ਲਈ ਕੀ ਹੋ ਸਕਦੀ ਹੈ। ਉਹਨਾਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਔਰ ਜਿਹੜੀਆਂ ਪ੍ਰੈਗਨੈਂਟ ਮਾਵਾਂ, ਸਾਡੀਆਂ ਭੈਣਾਂ ਜਿਹੜੀਆਂ 100 200 400 ਕਿਲੋਮੀਟਰਾਂ ਦਾ ਸਫ਼ਰ ਕਰਕੇ ਜਦੋਂ ਪਿੱਛੇ ਇਹਨਾਂ ਨੇ ਇੱਕਦਮ ਬੰਦ ਕੀਤਾ, ਸੋ ਉਹ ਤੁਰ ਕੇ ਗਈਆਂ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਔਰ ਇਹ ਜ਼ਿੰਮੇਵਾਰੀ ਸਰਕਾਰਾਂ ਨੂੰ ਸਮਝਣੀ ਪਊਗੀ। ਇਹਨਾਂ ਚੀਜ਼ਾਂ ਤੋਂ ਭੱਜਣਾ ਔਰ ਜਿਹੜੇ ਹੈਲਥ ਦੇ ਪ੍ਰਬੰਧ ਲੋਕਾਂ ਦੇ ਲਈ ਕਰਨੇ, ਉਹਨਾਂ ਤੋਂ ਭੱਜਣਾ। ਸੋ ਮੈਂ ਤਾਂ ਕਹਿਣਾ ਹੁੰਦਾ ਇਮਿਊਨਿਟੀ ਵਧਾਉਣ ਦੇ ਇੰਜੈਕਸ਼ਨ ਲਾਉਂਦੇ ਆ। ਇਹ ਇਮਿਊਨਿਟੀ ਸਾਡੇ ਲੰਗਰਾਂ 'ਚ ਬਹੁਤ ਆ, ਕਿਉਂਕਿ ਧਰਨਿਆਂ 'ਚ ਤਾਂ ਹੁੰਦਾ ਨਹੀਂ ਕਰੋਨਾ। ਮੈਂ ਕਿਹਾ ਇੱਥੇ ਹੀ ਭੇਜ ਦਿਆ ਕਰੋ, ਸਵੇਰੇ ਸ਼ਾਮ ਲੰਗਰ ਧਰਨਿਆਂ 'ਚੋਂ ਛੱਡ ਜਾਣ, ਆਪੇ ਕਰੋਨਾ ਦੂਰ ਹੋ ਜੀ। ਸੋ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ। ਸਾਡੇ ਦਿਲ ਹਮੇਸ਼ਾ ਧਰਨੇ ਦੇ ਨਾਲ ਜੁੜੇ ਹੋਏ ਆ ਔਰ ਹਮੇਸ਼ਾ ਸੁੱਧ ਤੁਹਾਡੇ 'ਚ ਰਹਿੰਦੀ ਆ। ਜਿਵੇਂ ਮੈਂ ਪਹਿਲਾਂ ਗਾਣੇ 'ਚ ਗੱਲ ਕੀਤੀ ਆ ਕਿ ਧਰਨੇ ਦੇ ਵਿੱਚ ਬੈਠੇ ਸਾਰੇ ਸਨ, ਮੈਨੂੰ ਮੇਰੇ ਘਰ ਦੇ ਲੱਗਦੇ। ਇਕੱਲੀ ਮੇਰੀ ਗੱਲ ਨਹੀਂ, ਜਿਹੜੇ ਵੀ ਬੰਦੇ ਇੱਥੇ ਨਹੀਂ ਵੀ ਪਹੁੰਚ ਸਕਦੇ, ਉਹਨਾਂ ਦੀਆਂ ਭਾਵਨਾਵਾਂ ਉਹ ਦਿਲ ਤੋਂ ਤੁਹਾਡੇ ਨਾਲ ਨੇ। ਸੋ ਕੁਝ ਲਾਈਨਾਂ ਮੈਂ ਹੋਰ ਕਹੂੰਗਾ
क्योंकि तुसी बड़ी दृढ़ता दे नाल और एक सच्चाई की लड़ाई लड़ रहे हो और इनोसेंट लोग हो, पिंडा चों उठे हुए तुसी भोले भाले लोग हो और भोले भाले लोगों का इकट्ठ कदे नहीं हारदा हुंदा। और क्योंकि परमात्मा जिन्हां दे विच वास करदा, इत्थे पॉजिटिविटी बहुत आ। मैं अपनी गल करा जां मैं होर भी बड़े बंदियां नाल गल करदा कि जदों गड्डी धरने च शामिल हुंदी आ तां एक अजीब जिहा सुकून तुहानूं मिलदा, क्योंकि इत्थे परमात्मा वास करदा। मैं क्या जिन्ने ला दे गाने तलेर साहब तो मैं थोड़े वाला गाना बड़ा वधिया लग्या मैनूं, वो लैके दिओ मैं गाया करना। हाँ जी हाँ जी सो इन्ना सुकून है इस धरने च। जिवें तुसीं मंदिर च जाने हो, मस्जिद च जाने हो, गुरुद्वारे जाने हो, मैं दिलों महसूस करदा उहो जिहियां तुहानूं तुहाडे दिलों तुहानूं इहो जिहियां इत्थों जो भावनावां ने उहो जिहियां तुहानूं मिलदियां कि तुसीं बहुत चंगे थां ते आए। क्योंकि गाउण वाले लभणे बहुत औखे आ, साडे वाले पैसे बहुत मंगदे आ। इत्थे आउंदे आ ना अपने आप, कौन खिच के लियाउंदा इह धरने दा जिहड़ा सुकून मिलता इत्थे आके, क्योंकि दिल नूं एक तसल्ली हुंदी है कि तुसीं चंगी जगह ते जाके आए हो, तुसीं सच्चे सुच्चे लोकां दी सपोर्ट करके आए हो, जिहड़ी दिल नूं जो सुकून मिलता सो ओह इह धरना दे और वो पॉजिटिविटी तुहाडे चों जा रही है, क्योंकि तुसीं इनोसेंट भोले भाले लोग हो। सो धनेर साहब कहते गाने 2-3 सुना दिओ। सो आप बहुत वधिया गाउंदे, मैनूं अज पता लग्या है जी कि ओए तेरी चंदन वर्गी धरत नूं बैगे मार लपेटा नाग, तेरे खेत नूं बगले पै गए, ओए तेरे घर नूं पै गए काग, जो बच्चियां दे लई देखदे ओए तेरे उजड़ ना जान ख्वाब, चल उठ ज़मीरा वालिया, ओ चल उठ ज़मीरा वालिया, बन बाजा वाले दा बाज, बन बाजा वाले दा बाज। वो आके दिल्ली बैठ गए जिन्ना हिरदे विच वैराग, क्योंकि जिन्होंने प्यार अपनी मां ना, असी मां कहने आ धरती जी। और पहला पहला हुण तां चलो दिमाग थोड़े चेंज हो गए, हरेक बंदा कमर्शियल हो गया। सो पहला पहला कहा जाता सी कि जिह जिहा अपना खेत बेचता, जमीन बेचती, उहो जी मां बेचती। ये गल्लां साडे च रहीआं, साडे बड़े वडेरिਆਂ च, पर समय के नाल बहुत कुछ बदल गया और हले भी कई घरां च बैठे ही सलाहां करी जाते हैं भी जावांगे जां जाइए जां कदों जाइए। ये उन्हां लई कि वो आके दिल्ली बैठ गए जिन्ना हिरदे विच वैराग, ओ कदे रामिया योधे जंग चों नहीं तकदे हानियां लाभ, ला दे जैनपुर वालिया पग तो जो लगे नशे दे दाग, ओए असीं उस दिन लोहड़ी बालनी ते साडा उदों ही बनू चिराग, ओए साडी ओपण दिवाली होऊगी जिते जित के मुड़ू पंजाब। ओए साडी ओदण दिवाली होऊगी जिते जित के मुड़ू पंजाब। और वो दिन दूर नहीं, क्योंकि ये पहला वालियां लोहड़ियां दिवालियां तो इन्हों ने कदे करोना वाले रौले च कदे सानू कानूनां च उलझा लिया, वो साडियां उदासियां च लंघियां, पर असली दीवियां च बत्तियां उदण ही लगनियां जिदन कानून रद्द हो। और उदण पता लगू पंजाब च, हरियाणे च जां जिथे जिथे भी साडे किरती बैठे आ कि अज खुशी हुई है, क्योंकि ये जड़ियां कुर्बानियां साडे नौजवानों दियां
साडे बजुर्गां दियां इस धरने दे विच जो जानां गईयां। सो बड़ी शर्म की गल आ। मैं इंसानियत की लड़ाई मैं इसे लिए कहना कि किसी होर मुल्क च कोई 10-20 मौतां होण उदों सरकार की नींद खुलदी आ, उन्हां लई अफसोस भी जताया जाता। पर जिहड़े अपने लोग आ जिन्हां ने चुनिया, जिन्हां ने ये तख्त ते बिठाया, उन्हां दियां इन्नियां मौतां होण दे बावजूद एक भी कोई सिंपथी दा, कोई उन्हां दे लई अफसोस का कोई शब्द इन्हां दे मूंहों ना निकलना ये बहुत ही शर्म वाली गल आ। और जिहड़े लीडे इन्हां ने अपने चिट्टे लीडरां ने खून दे नाल, किसानां दे खून दे नाल रंग ले, ये धोने इन्हां नूं औखे हो जाणगे और बहुत कुछ बदलना ये धरने ने। सो मैं बहुत बहुत तुहाडा धन्नवादी हाँ। और तुहाडे नाल जिथे जिथे भी दुनिया च लोग बसते आ, जिहड़े इंसानियत नूं प्यार करते आ, दुनिया तुहानूं देख रही है। क्योंकि बहुत बहुत वड्डियां गल्लां इस मोर्चे चों लोकां ने देखियां कि शांति दे नाल संघर्ष किवें लड़िया जांदा और किवें साडे लोग जदों फिर अपने हक्कां दे लई लड़दे आ वो परवाह नहीं करते, चाहे कड़क दी ठंड होवे चाहे धुप होवे। सो उवें ही साडियां मावां, साडियां भैणां, क्योंकि साडा इतिहास ही एडा वड्डा। जे बजुर्गां नाल गल करो तां ओह कहिंदे आ कि साडे तां जी तेगां चुब्बल गए सी, हैं असीं तां जी खोपर लहा लए सी। और मावां नूं पुछ लो, ਉਹ ਕਹਿੰਦੀਆਂ ਸਾਡੇ ਤਾਂ ਬੱਚਿਆਂ ਦੇ ਟੋਟੇ ਕਰਕੇ ਖੂਨ ਚ ਪਾਤੇ, ਗਲਾਂ ਚ ਪਾਤੇ ਸੀ ਸਾਡੇ ਵੱਡੇ ਵਡੇਰਿਆਂ ਦੇ। ਸੋ ਸਾਡੇ ਮੂਹਰੇ ਮਸਾਲਾ ਹੀ ਐਡੀਆਂ ਐਡੀਆਂ ਨੇ। ਔਰ ਜੇ ਤੁਸੀਂ ਉਦੋਂ 5% ਵੀ ਕਰ ਗਏ ਇਹਨਾਂ ਤੋਂ ਉਹ ਵੀ ਨਹੀਂ ਸੰਭਾਲਿਆ ਜਾਣਾ, ਕਿਉਂਕਿ ਸਾਡੀਆਂ ਮਸਾਲਾ ਐਡੀਆਂ ਐਡੀਆਂ। ਸੋ ਕੁਛ ਕੁ ਮੈਂ ਲਾਈਨਾਂ ਹੋਰ ਕਹੂੰਗਾ। ਧਨੇਰ ਸਾਹਿਬ ਦੀ ਮੈਨੂੰ ਹੁਕਮ ਸੀ, ਕਹਿੰਦੇ ਗਾਣੇ 2-3 ਸੁਣਾ ਦਿਓ ਜੀ। ਚਲੋ ਮੈਂ क्योंकि कई बार इन्हों लगता सी कि खेतों से काम करने वाले लोग आ, मजदूर ने, किसान ने, इन्हों की पता लगना कि कानूनों के की लिखता। इन्हों इन्नी समझ नहीं सी कि किसानां ने, मजदूरां ने वो भी पढ़ लेना जिहड़ा कुछ इन्होंने कानूनों च लिखिया नहीं। क्योंकि तुसीं इन्हां दी नीयत देख ली, नीति दे नालों नीत माड़ी है कि पिछे चाहते की आ कि हौली हौली बदलदा किमें बदल जू, किमें थोड़ी जमीन थोतों खोई जाऊ। एकदम नहीं होना, पर हालात इहो जे बना देणगे कि बंदा आप ही हाथ जोड़ के निकल जूगे जी तुसीं ही कर लो, मेरे तो बस की खेती रही नहीं। क्योंकि माहौल इहो जिहा बना देना, पर तुसीं समझ लिया। और हुण गल की हो गई कि ला के बिजनस मैना नाल स्कीमां नी, तू धक्के दे नाल खोण नूं फिरे ज़मीनां नी। ओ ला के बिजनस मैना नाल स्कीमां नी, तू धक्के दे नाल खोण नूं फिरे ज़मीनां नी। ओ सानू वांग सपेरे फिरे कील दी दिलिए तू, ते साडा हर कम हुंदा गुरु नानक दे आडर ते। ओए हुण तां अपने हक लैके ही उठणगे, जट कुंडली मार के बह गए टिकरी बाडर ते। ओए हुण तां अपने हक लैके ही उठणगे, जट कुंडली मार के बह गए टिकरी बाडर ते। ओ जानूआ सी तेरियां इन्हां चालां तो कि साडे नाल जो खेड रही है सालां तो। ओए असीं देश दी खातिर मौत भी गल नूं लाउने आ, क्योंकि बापू बैठे हद्दां ते पुत बैठे सरहदां ते, जिहड़े उत्थे गोलियां सहदे आ दुश्मनां दियां, सरहदां दी राखी करदे आ, वो भी तुहाडे पुत ने। और ये कहंदे कदे कहंदे जी इन्हां नूं तिरंगे दा सन्मान नहीं आउंदा। और बहुत बहुत शुक्रिया माता जी, मेरे लिए तो आशीर्वाद ही बहुत है तुहाडा। सत श्री अकाल। और कदे कहंदे तिरंगे दा सन्मान नहीं आउंदा। सो मैं क्या जिहड़े उथों लाशां जिहड़ियां लिपट के आउंदियां ना साडे भरावां दियां तिरंगे दे विच,
ਉਹਦੇ ਚੋਂ ਸਭ ਤੋਂ ਵੱਧ ਕੁੱਟ ਕਿਸਾਨਾਂ ਦੇ ਸ਼ਹੀਦ ਹੁੰਦੇ ਆ ਉੱਥੇ। ਔਰ ਤੁਸੀਂ ਕਿਰਤੀਆਂ ਨੂੰ ਕਿਸਾਨਾਂ ਨੂੰ ਦੱਸਦੇ ਹੋ ਵੀ ਇਹਨਾਂ ਨੂੰ ਤਿਰੰਗੇ ਦਾ ਸਨਮਾਨ ਨਹੀਂ ਆਉਂਦਾ। ਕਿ ਅਸੀਂ ਦੇਸ਼ ਦੀ ਖਾਤਰ ਮੌਤ ਵੀ ਗੱਲ ਨੂੰ ਲਾਉਨੇ ਆ, ਕਿਉਂ ਚੁੱਭਦੇ ਆ ਜੇ ਮੰਗ ਲੈ ਹੱਕ ਬਰਾਬਰ ਦੇ। ਓਏ ਹੁਣ ਤਾਂ ਆਪਣੇ ਹੱਕ ਲੈ ਕੇ ਹੀ ਉੱਠਣਗੇ, ਜੱਟ ਕੁੰਡਲੀ ਮਾਰ ਕੇ ਬਹਿ ਗਏ ਟਿੱਕਰੀ ਬਾਰਡਰ ਤੇ। ਉਹ ਜੱਟ ਕੁੰਡਲੀ ਮਾਰ ਕੇ ਬਹਿ ਗਏ ਕੁੰਡਲੀ ਬਾਰਡਰ ਤੇ। ਭਈਆ ਖੇੜਾ ਮਾਂ ਜੈਨਪੁਰੀ ਸਰਕਾਰਾਂ ਨੂੰ, ਓਏ ਹਲਕੇ ਵਿੱਚ ਕਿਤੇ ਲੈ ਲਿਓ ਨਾ ਸਰਦਾਰਾਂ ਨੂੰ। ਉਹ ਆਖੇ ਰਾਮਾ ਜੈਨਪੁਰੀ ਸਰਕਾਰਾਂ ਨੂੰ, ਹਲਕੇ ਵਿੱਚ ਕਿਤੇ ਲੈ ਲਿਓ ਨਾ ਸਰਦਾਰਾਂ ਨੂੰ। ਬਈ ਸਿੰਘ ਜੱਥੇ ਜਾਂਦੇ ਫਤਿਹ ਕਰਾ ਕੇ ਮੁੜਦੇ ਨੇ, ਕਿਤੇ ਗੌਰ ਕਰ ਲਿਓ ਬੰਦਾ ਸਿੰਘ ਬਹਾਦਰ ਤੇ। ਓਏ ਹੁਣ ਤਾਂ ਆਪਣੇ ਹੱਕ ਲੈ ਕੇ ਹੀ ਉੱਠਣਗੇ, ਜੱਟ ਕੁੰਡਲੀ ਮਾਰ ਕੇ ਬਹਿ ਗਏ ਟਿੱਕਰੀ ਬਾਰਡਰ ਤੇ। ਉਹ ਜੱਟ ਕੁੰਡਲੀ ਮਾਰ ਕੇ ਬਹਿ ਗਏ ਟਿੱਕਰੀ ਬਾਰਡਰ ਤੇ। ਸੋ ਬਹੁਤ ਬਹੁਤ ਤੁਹਾਡੇ ਲਈ ਦੁਆਵਾਂ, ਕੱਲੀਆਂ ਮੈਂ ਹੀ ਨਹੀਂ, ਮੈਂ ਫੇਰ ਉਹੀ ਗੱਲ ਕਰਦਾ ਕਿ ਜਿੱਥੇ ਵੀ, ਕਿਉਂਕਿ ਜੇ ਬਾਹਰੋਂ ਕਿਸੇ ਦਾ ਮੈਸੇਜ ਆਉਂਦਾ, ਕਿਸੇ ਦਾ ਫੋਨ ਆਉਂਦਾ, ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਕਿੰਨਾ ਕੁ ਜੁੜਿਆ ਹੋਇਆ ਧਰਨੇ ਦੇ ਨਾਲ, ਚਾਹੇ ਕੈਨੇਡਾ ਅਮਰੀਕਾ ਕਿੱਥੇ ਕਿੱਥੇ ਲੋਕ ਬੈਠੇ ਆ। ਜੇ ਮੈਨੂੰ ਵੀ ਕੋਈ ਫੋਨ ਆਉਂਦਾ, ਸਭ ਤੋਂ ਗੱਲ ਹੀ ਪਹਿਲੀ ਇਹ ਹੁੰਦੀ ਆ ਕਿ ਜੀ ਉੱਥੇ ਕਦੋਂ ਗਏ ਸੀ, ਕਿਸਾਨਾਂ ਦਾ ਕੀ ਹਾਲ ਆ, ਧਰਨੇ ਦਾ ਕੀ ਹਾਲ ਆ। ਸੋ ਇਹਦਾ ਮਤਲਬ ਇਹ ਆ ਕਿ ਹਰ ਦਿਮਾਗ ਦੇ ਵਿੱਚ, ਹਰ ਜ਼ੁਬਾਨ ਦੇ ਉੱਤੇ ਗੱਲ ਧਰਨੇ ਦੀ ਆ। ਸੋ ਘਰ ਘਰ 'ਚ ਧਰਨਾ, ਜਿੱਥੇ ਜਿੱਥੇ ਵੀ ਇਨਸਾਨੀਅਤ ਨੂੰ, ਕਿਸਾਨਾਂ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਆ, ਸਾਰੇ ਤੁਹਾਡੇ ਨਾਲ ਆ ਔਰ ਚੜ੍ਹਦੀਆਂ ਕਲਾ 'ਚ ਰਹੋ, ਇਹੀ ਮੈਂ ਅਰਦਾਸ ਕਰਦਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬੋਲੇ